ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੌਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਵਿਚਾਰ ਕਰਾਂਗੇ। ਆਪ ਜੀ ਦਾ ਪ੍ਰਕਾਸ਼ ਅੱਜ ਤੋਂ 400 ਸਾਲ ਪਹਿਲਾਂ 1 ਅਪ੍ਰੈਲ ਸਨ 1621 ਨੂੰ ਸੰਮਤ ਦੇ ਹਿਸਾਬ ਨਾਲ 5 ਵਿਸਾਖ ਸੰਮਤ 1678 ਅਤੇ ਚੰਦਰਮਾ ਦੇ ਹਿਸਾਬ ਨਾਲ ਵਿਸਾਖ ਸੁਦੀ 5 ਨੂੰ ਅੰਮ੍ਰਿਤਸਰ ਸਾਹਿਬ ਵਿਖੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ। ਜਿਸ ਅਸਥਾਨ ਤੇ ਆਪ ਜੀ ਦਾ ਪ੍ਰਕਾਸ਼ ਹੋਇਆ ਉੱਥੇ ਹੁਣ ਇਸ ਵਕਤ ਗੁਰਦੁਆਰਾ ਗੁਰੂ ਕਾ ਮਹਿਲ ਮੌਜੂਦ ਹੈ। ਆਪ ਜੀ 6ਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ। ਪਾਤਸ਼ਾਹ ਜੀ ਦੇ 5 ਸਾਹਿਬਜ਼ਾਦੇ ਸਨ। ਪਿਤਾ ਜੀ ਦਾ ਪਿਆਰ ਮਿਲਿਆ, ਪਿਤਾ ਜੀ ਦੀ ਨਿਗਰਾਨੀ ਵਿੱਚ ਸਿੱਖਿਆ ਦਿਖਿਆ ਹੋਈ। ਭਾਈ ਗੁਰਦਾਸ ਜੀ ਨੂੰ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਜ਼ਿੰਮੇਵਾਰੀ ਦਿੱਤੀ। ਬਾਬਾ ਬੁੱਢਾ ਜੀ ਕੋਲ ਕੁਝ ਸਮੇਂ ਲਈ ਭੇਜਿਆ ਗਿਆ, ਜਿੱਥੇ ਆਪ ਜੀ ਬਾਬਾ ਬੁੱਢਾ ਜੀ ਨੂੰ ਵੱਡੀ ਉਮਰ ਵਿੱਚ ਕਿਰਤ ਕਮਾਈ ਕਰਦੇ ਵੇਖ ਕੇ ਬਹੁਤ ਪ੍ਰਭਾਵ ਕਬੂਲ ਕੀਤਾ ਅਤੇ ਬਾਅਦ ਵਿੱਚ ਪਾਤਸ਼ਾਹ ਨੇ ਇਹ ਗੱਲ ਕਹੀ ਵੀ ਕਿ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਿਰਤ ਕਮਾਈ ਹੈ, ਇਹ ਵਿਹਲੜ ਹੋਣਾ ਨਹੀਂ ਸਿਖਾਉਂਦੀ। ਸ਼ਸਤਰ ਵਿਦਿਆ ਆਪ ਜੀ ਨੇ ਭਾਈ ਜੇਠਾ ਜੀ ਪਾਸੋਂ ਪ੍ਰਾਪਤ ਕੀਤੀ। ਬਚਪਨ ਵਿੱਚ ਹੀ ਬੜੇ ਹੀ ਇਸ ਸੁਭਾਅ ਦੇ ਸਨ ਕਿ ਕੋਈ ਲੋੜਵੰਦ ਮਿਲ ਜਾਂਦਾ ਤੇ ਉਸ ਦੀ ਮਦਦ ਕਰਨੀ। ਇੱਥੇ ਤੱਕ ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਵਿੱਚ ਮਾਤਾ ਜੀ ਨੇ ਨਵਾਂ ਸੂਟ ਪਾਇਆ ਸੀ, ਪਰ ਜਦੋਂ ਇੱਕ ਬੱਚੇ ਨੂੰ ਵੇਖਿਆ ਜਿਸ ਨੇ ਕੱਪੜੇ ਨਹੀਂ ਸਨ ਪਾਏ ਹੋਏ, ਉਹ ਆਪਣੇ ਨਵੇਂ ਕੱਪੜੇ ਉਤਾਰ ਕੇ ਉਸ ਨੂੰ ਦੇ ਦਿੱਤੇ। ਇਸ ਤਰ੍ਹਾਂ ਦਾ ਸੁਭਾਅ ਸੀ। ਸਨ 1630 ਤੱਕ ਅੰਮ੍ਰਿਤਸਰ ਸਾਹਿਬ ਵਿਖੇ ਰਹੇ, 9 ਸਾਲ ਦੀ ਉਮਰ ਤੱਕ। ਬਾਅਦ ਵਿੱਚ ਕਰਤਾਰਪੁਰ ਸਾਹਿਬ ਵਿਖੇ ਆ ਗਏ। ਇਸੇ ਹੀ ਅਸਥਾਨ ਤੇ ਸਨ 1632 ਵਿੱਚ ਆਪ ਜੀ ਦੀ ਸ਼ਾਦੀ ਹੁੰਦੀ ਹੈ ਮਾਤਾ ਗੁਜਰੀ ਜੀ ਦੇ ਨਾਲ। ਮਾਤਾ ਗੁਜਰੀ ਜੀ ਦੇ ਪਿਤਾ ਜੀ ਭਾਈ ਲਾਲ ਚੰਦ ਜੀ, ਜੋ ਪਹਿਲਾਂ ਲਖਨੌਰ ਅੰਬਾਲੇ ਦੇ ਨੇੜੇ ਉੱਥੇ ਦੇ ਰਹਿਣ ਵਾਲੇ ਸਨ, ਬਾਅਦ ਵਿੱਚ ਕਰਤਾਰਪੁਰ ਵਿਖੇ ਆ ਗਏ ਸਨ। ਗੁਰੂ ਘਰ ਦੇ ਸ਼ਰਧਾਲੂ ਸਨ। ਆਨੰਦ ਕਾਰਜ ਤੋਂ ਬਾਅਦ ਭਾਈ ਲਾਲ ਚੰਦ ਜੀ 6ਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਕਿ ਪਾਤਸ਼ਾਹ ਆਪ ਜੀ ਦੀ ਕੋਈ ਸੇਵਾ ਨਹੀਂ ਕਰ ਸਕਿਆ। ਪਾਤਸ਼ਾਹ ਕਹਿੰਦੇ ਨੇ ਜਿਸ ਨੇ ਆਪਣੀ ਬੱਚੀ ਦੇ ਦਿੱਤੀ, ਜਿਸ ਨੇ ਆਪਣੀ ਧੀ ਦੇ ਦਿੱਤੀ, ਉਸਨੇ ਪਿੱਛੇ ਕੀ ਰੱਖ ਲਿਆ। ਇਹ ਗੱਲ ਸਾਨੂੰ ਅੱਜ ਸਮਝਣ ਦੀ ਲੋੜ ਹੈ। ਪਾਤਸ਼ਾਹ ਦੇ ਪਾਏ ਹੋਏ ਪੂਰਨੇ ਇਹੀ ਚੀਜ਼ਾਂ ਸਾਨੂੰ ਸਮਝਾਉਣੀਆਂ ਚਾਹੀਦੀਆਂ ਨੇ। ਸਨ 1634 ਵਿੱਚ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਆਪ ਜੀ ਨੇ 14 ਸਾਲ ਦੀ ਉਮਰ ਵਿੱਚ ਬੜੇ ਜੌਹਰ ਦਿਖਾਏ ਤੇਗ ਦੇ, ਬੜੀ ਬਹਾਦਰੀ ਨਾਲ ਜੰਗ ਵਿੱਚ ਹਿੱਸਾ ਲਿਆ। ਉਪਰੰਤ ਗੁਰੂ ਪਿਤਾ ਜੀ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ। ਕੀਰਤਪੁਰ ਸਾਹਿਬ ਰਹੇ। ਜਦੋਂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ 6ਵੇਂ ਪਾਤਸ਼ਾਹ ਨੇ, ਉਸ ਵਕਤ ਗੁਰੂ ਪਿਤਾ ਜੀ ਦਾ ਹੁਕਮ ਮੰਨ ਕੇ ਆਪਣੇ ਭਤੀਜੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਕੀਰਤਪੁਰ ਤੋਂ ਬਾਬਾ ਬਕਾਲਾ ਵਿਖੇ ਆ ਗਏ। ਬੜਾ ਲੰਬਾ ਸਮਾਂ ਇੱਥੇ ਰਹੇ। ਇਹ ਬਾਬਾ ਬਕਾਲਾ ਬੜਾ ਇਤਿਹਾਸਕ ਸਥਾਨ ਹੈ ਔਰ ਇੱਥੇ ਦਾ ਜਿਹੜਾ ਗੁਰੂ ਸਾਹਿਬ ਦਾ ਰਹਿਣ ਦਾ ਸਮਾਂ ਹੈ, ਇਹਦੇ ਬਾਰੇ ਸਾਡੇ ਇਤਿਹਾਸਕਾਰਾਂ ਵਿੱਚ ਕੁਝ ਮਤਭੇਦ ਹੈ। ਕੁਝ ਇਤਿਹਾਸਕਾਰ ਇਹ ਗੱਲ ਮੰਨਦੇ ਨੇ ਕਿ ਆਪ ਜੀ ਜਿੰਨਾ ਸਮਾਂ ਇੱਥੇ ਰਹੇ, ਕੋਈ 26 ਸਾਲ ਲਿਖਦੇ ਨੇ, ਕੋਈ 20 ਸਾਲ 22 ਸਾਲ ਲਿਖਦੇ ਨੇ, ਵੀ ਇੱਕ ਤਪ ਕਰਦੇ ਰਹੇ। ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਸਾਹਿਬ ਉੱਥੇ ਲੰਬਾ ਸਮਾਂ ਰਹੇ ਜ਼ਰੂਰ, ਪਰ ਗੁਰੂ ਸਾਹਿਬ ਕਿਰਤ ਕਰਦੇ ਰਹੇ। ਗੁਰੂ ਸਾਹਿਬ ਪ੍ਰਚਾਰ ਲਈ ਵੀ ਜਾਂਦੇ ਰਹੇ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖਿਆ ਕਿ ਆਪ ਜੀ ਦਿੱਲੀ ਜਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵੀ ਮਿਲੇ। ਇਹ ਗੱਲ ਦੀ ਸਾਨੂੰ ਖੋਜ ਸਾਡੇ ਇਤਿਹਾਸਕਾਰਾਂ ਨੂੰ ਹੋਰ ਕਰਨੀ ਪਏਗੀ। ਹੁਣ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਨ 1664 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ, ਤਾਂ ਜਦੋਂ ਸੰਗਤਾਂ ਇਹ ਪੁੱਛਦੀਆਂ ਨੇ ਕਿ ਪਾਤਸ਼ਾਹ ਅੱਗੋਂ ਜ਼ਿੰਮੇਵਾਰੀ ਕਿਸ ਕੋਲ ਹੈ, ਸਾਨੂੰ ਕਿਸੇ ਦੇ ਲੜ ਲਾ ਚੱਲੇ ਹੋ, ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਨੇ ਬਾਬਾ ਬਸੈ ਗ੍ਰਾਮ ਬਕਾਲੇ।
ਭਾਵ ਬਕਾਲੇ ਵਿੱਚ ਰਹਿਣ ਵਾਲੇ ਬਾਬਾ ਜੀ, ਬਾਬਾ ਭਾਵ ਦਾਦਾ, ਦਾਦੇ ਦਾ ਭਰਾਤਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਨੇ, ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਸਪੁੱਤਰ ਨੇ, ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾਤਾ ਨੇ ਗੁਰੂ ਤੇਗ ਬਹਾਦਰ ਸਾਹਿਬ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਦੀ ਹੈ ਬਾਬਾ ਬਕਾਲਾ ਦੇ ਨਾਮ ਤੇ ਇਸ ਗੱਲ ਦਾ ਬੜਾ ਨਜਾਇਜ਼ ਫਾਇਦਾ ਉਠਾਉਂਦੇ ਨੇ ਕੁਝ ਐਸੇ ਜਿਹੜੇ ਗੁਰੂ ਵੰਸ਼ ਵਿੱਚੋਂ ਨੇ। ਖਾਸ ਤੌਰ 'ਤੇ ਇਤਿਹਾਸ ਵਿੱਚ ਨਾਮ ਧੀਰ ਮੱਲ ਜੀ ਦਾ ਮਿਲਦਾ ਹੈ, ਜੋ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਭਰਾਤਾ ਨੇ। ਉਹ ਇੱਕ ਕਹਿ ਰਹੇ ਨੇ ਕਿ ਗੱਦੀ ਉੱਤੇ ਦਾਵਾ ਮੇਰਾ ਹੈ। ਕੁਝ ਹੋਰ ਵੀ ਆ ਕੇ ਮੰਜੀਆਂ ਲਾ ਕੇ ਬੈਠਦੇ ਨੇ ਕਿ ਅਸੀਂ ਗੁਰੂ ਹਾਂ। ਹੁਣ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਆਪ ਨੂੰ ਗੁਰੂ ਜ਼ਾਹਰ ਨਹੀਂ ਕਰਦੇ। ਇਹ ਇੱਕ ਬੜੀ ਵੱਡੀ ਗੱਲ ਹੈ। ਪਾਤਸ਼ਾਹ ਇਹ ਜ਼ਾਹਰ ਨਹੀਂ ਕਰਦੇ ਕਿ ਗੁਰਤਾ ਗੱਦੀ ਮੈਨੂੰ ਮਿਲੀ ਹੈ। ਹੁਣ ਜਿਹੜੇ ਆਮ ਲੋਕ ਨੇ, ਆਮ ਸੰਗਤਾਂ ਨੇ, ਉਹਨਾਂ ਵਿੱਚ ਕਿਤੇ ਦੁਬਿਧਾਪਨ ਬਣ ਜਾਂਦਾ ਹੈ। ਇੱਥੇ ਤੱਕ ਇਤਿਹਾਸ ਵਿੱਚ ਲਿਖਿਆ ਕਿ 22 ਮੰਜੀਆਂ ਲਾ ਕੇ ਬੈਠੇ ਨੇ, ਸਾਰੇ ਆਪਣੇ ਆਪ ਨੂੰ ਗੁਰੂ ਜ਼ਾਹਰ ਕਰ ਰਹੇ ਨੇ। ਭਾਈ ਮੱਖਣ ਸ਼ਾਹ ਲੁਬਾਣਾ ਜੋ ਗੁਰੂ ਘਰ ਦਾ ਸਿੱਖ ਹੈ, ਬੜਾ ਵੱਡਾ ਵਪਾਰੀ ਹੈ, ਦੂਰ ਦੂਰ ਤੱਕ ਜਾ ਕੇ ਵਪਾਰ ਕਰਦਾ ਹੈ ਜਹਾਜ਼ਾਂ ਦੇ ਵਿੱਚ। ਉਹ ਦੂਰ ਗਿਆ ਹੋਇਆ ਹੈ ਤੇ ਉਸ ਦੇ ਕੋਲ ਉਹ ਵਾਪਸ ਆ ਰਿਹਾ ਇੱਧਰ ਪੰਜਾਬ ਵਿੱਚ, ਤੇ ਸਾਖੀ ਮਿਲਦੀ ਹੈ ਕਿ ਉਸ ਦਾ ਜਹਾਜ਼ ਫਸ ਜਾਂਦਾ ਹੈ। ਅਰਦਾਸ ਕਰਦਾ ਗੁਰੂ ਪਾਤਸ਼ਾਹ ਅੱਗੇ, ਅਰਦਾਸ ਕਬੂਲ ਹੁੰਦੀ ਹੈ। ਆਪਣਾ ਜਹਾਜ਼ ਦਾ ਸਮਾਨ ਜਿੱਥੇ ਦੇਣਾ ਉੱਥੇ ਦੇ ਕੇ ਵਾਪਸ ਆਉਂਦਾ ਹੈ। ਉਸ ਦੇ ਕੋਲ ਦਸਵੰਧ ਦੀ ਮਾਇਆ ਵੀ ਹੈ, ਕੁਝ ਹੋਰ ਲੋਕਾਂ ਦੀ ਮਾਇਆ ਵੀ ਹੈ। ਹੁਣ ਉਹ ਜਦੋਂ ਆਉਂਦਾ ਹੈ ਤੇ ਉਹਨੂੰ ਪਤਾ ਲੱਗਦਾ ਕਿ 8ਵੇਂ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ ਨੇ ਤੇ 9ਵੇਂ ਪਾਤਸ਼ਾਹ ਇਸ ਵਕਤ ਬਕਾਲੇ ਵਿੱਚ ਹੈਗੇ ਨੇ। ਜਦੋਂ ਬਕਾਲੇ ਪਹੁੰਚਦਾ ਹੈ ਤਾਂ ਉੱਥੇ ਦਾ ਜੋ ਮੰਜ਼ਰ ਹੈ ਉਹ ਦੇਖ ਕੇ ਬੜਾ ਹੈਰਾਨ ਹੁੰਦਾ ਹੈ ਵੀ ਕਿਹੜਾ ਗੁਰੂ ਹੈ। ਹੁਣ ਉਹ ਇੱਕ ਤਰਕੀਬ ਖੇਡਦਾ ਹੈ, ਇੱਕ ਤਰਕੀਬ ਚਲਾਉਂਦਾ ਹੈ। ਉਸ ਦੇ ਕੋਲ ਦਸਵੰਧ ਦੀਆਂ ਕਾਫੀ ਮੋਹਰਾਂ ਨੇ। ਕੁਝ ਇਤਿਹਾਸਕਾਰ 500 ਲਿਖਦੇ ਨੇ, ਕੁਝ ਉਸ ਤੋਂ ਵੀ ਜ਼ਿਆਦਾ ਲਿਖਦੇ ਨੇ। ਉਹ ਦੋ ਮੋਹਰਾਂ ਮੱਥਾ ਟੇਕਦਾ ਹੈ ਤੇ ਸਾਰੇ ਜਣੇ ਬੜੇ ਖੁਸ਼ ਹੁੰਦੇ ਨੇ, ਕਿਉਂਕਿ ਉਹ ਤਾਂ ਇਸੇ ਲਾਲਚ ਵਿੱਚ ਬੈਠੇ ਨੇ ਕਿ ਚਲੋ ਕੁਝ ਤਾਂ ਮਿਲਿਆ। ਹੁਣ ਉਹ ਮੱਖਣ ਸ਼ਾਹ ਲੁਬਾਣਾ ਦੀ ਦੁਬਿਧਾ ਅਜੇ ਵੀ ਕਾਇਮ ਹੈ। ਉਹ ਕਹਿੰਦਾ ਜੇ ਗੁਰੂ ਸਾਹਿਬ ਸੱਚੇ ਹੋਣਗੇ ਤੇ ਆਪਣੀ ਦਸਵੰਧ ਆਪ ਹੀ ਮੰਗ ਲੈਣਗੇ। ਤੇ ਫਿਰ ਉਸ ਨੂੰ ਪਤਾ ਲੱਗਦਾ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਰਹਿੰਦੇ ਨੇ। ਉਹ ਉਹਨਾਂ ਕੋਲ ਜਾਂਦਾ ਹੈ, ਉਸੇ ਤਰ੍ਹਾਂ 2 ਮੋਹਰਾਂ ਰੱਖ ਕੇ ਮੱਥਾ ਟੇਕਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਮੱਖਣ ਸ਼ਾਹ ਤੇਰੇ ਕੋਲ ਦਸਵੰਧ ਤਾਂ ਜ਼ਿਆਦਾ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ, ਕਹਿੰਦੇ ਪਰ ਅਰ ਦਸੌਂਦ ਗੁਰ ਕੋ ਹੈ ਜੇਤਾ, ਅਰਪਨ ਦਰਬ ਕਰੋ ਆਪ ਦੇਤਾ। ਜਿੰਨਾ ਦਸਵੰਧ ਹੈ ਉਹ ਪੂਰਾ ਦਿਓ। ਹੁਣ ਭਾਈ ਮੱਖਣ ਸ਼ਾਹ ਲੁਬਾਣਾ ਬੜਾ ਪ੍ਰਸੰਨ ਹੁੰਦਾ, ਖੁਸ਼ ਹੁੰਦਾ। ਆਪਾਂ ਸਾਰਿਆਂ ਨੇ ਸਾਖੀ ਸੁਣੀ ਹੈ। ਉਹ ਛੱਤ ਤੇ ਚੜ੍ਹ ਕੇ ਉੱਚੀ ਉੱਚੀ ਆਵਾਜ਼ ਵਿੱਚ ਹੋਕਾ ਦਿੰਦਾ ਸੰਗਤਾਂ ਨੂੰ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪ੍ਰਗਟ ਕਰਦਾ ਹੈ। ਹੁਣ ਇੱਥੇ ਧੀਰ ਮੱਲ ਜੀ ਅਤੇ ਉਹਨਾਂ ਦੇ ਸਾਥੀ ਸਾਰੇ ਬੜੇ ਪਰੇਸ਼ਾਨ ਹੋ ਜਾਂਦੇ ਨੇ। ਇਤਿਹਾਸ ਵਿੱਚ ਇੱਥੇ ਤੱਕ ਲਿਖਿਆ, ਆਪਾਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾ ਸਕਦੇ, ਕਿ ਧੀਰ ਮੱਲ ਦਾ ਇੱਕ ਸਾਥੀ ਹੈ ਮਸੰਦ ਸ਼ੀਹਾਂ, ਉਹ ਗੁਰੂ ਸਾਹਿਬ ਤੇ ਗੋਲੀ ਵੀ ਚਲਾਉਂਦਾ ਹੈ। ਗੁਰੂ ਸਾਹਿਬ ਦੇ ਘਰ ਆ ਕੇ ਉਹਨਾਂ ਦਾ ਸਮਾਨ ਵੀ ਲੁੱਟ ਕੇ ਲੈ ਜਾਂਦਾ। ਪਰ ਜਦੋਂ ਭਾਈ ਮੱਖਣ ਸ਼ਾਹ ਨੂੰ ਇਹ ਖਬਰ ਮਿਲਦੀ ਹੈ, ਉਹ ਸਾਰਾ ਕੁਝ ਵਾਪਸ ਲੈ ਆਉਂਦੇ ਨੇ ਤੇ ਲਿਆ ਕੇ ਗੁਰੂ ਸਾਹਿਬ ਨੂੰ ਦਿੰਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਇਹ ਨਹੀਂ ਚਾਹੀਦਾ, ਸਭ ਵਾਪਸ ਕਰ ਦਿਓ। ਧੀਰ ਮੱਲ ਨੂੰ ਮਾਫ ਕਰ ਦਿੰਦੇ ਨੇ। ਹੁਣ ਭਾਈ ਮੱਖਣ ਸ਼ਾਹ ਬੜਾ ਹੈਰਾਨ ਹੁੰਦਾ, ਕਹਿੰਦਾ ਮਹਾਰਾਜ ਇਹ ਕੀ? ਤੇ ਪਾਤਸ਼ਾਹ ਕਹਿੰਦੇ ਨੇ ਖਿਮਾ ਬੜਾ ਵੱਡਾ ਤਪ ਹੈ, ਖਿਮਾ ਬੜਾ ਵੱਡਾ ਦਾਨ ਹੈ, ਖਿਮਾ ਹੀ ਸਭ ਤੀਰਥਾਂ ਦਾ ਇਸ਼ਨਾਨ ਹੈ, ਖਿਮਾ ਦੇ ਨਾਲ ਹੀ ਮੁਕਤੀ ਮਿਲਦੀ ਹੈ, ਖਿਮਾ ਬਰਾਬਰ ਹੋਰ ਕੋਈ ਗੁਣ ਨਹੀਂ ਹੈ। ਸੱਚਮੁੱਚ ਭਗਤ ਕਬੀਰ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ,
ਤੇ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਕਿ ਜਿੱਥੇ ਖਿਮਾ ਹੈ ਉੱਥੇ ਪਰਮਾਤਮਾ ਆਪ ਵਸਦਾ ਹੈ। ਬੜਾ ਵੱਡਾ ਗੁਣ ਹੈ। ਹੁਣ ਪਾਤਸ਼ਾਹ ਖਿਮਾ ਕਰ ਦਿੰਦੇ ਨੇ ਭਾਈ ਧੀਰਮਲ ਨੂੰ, ਸਾਰਾ ਸਮਾਨ ਵੀ ਵਾਪਸ ਭੇਜ ਦਿੰਦੇ ਨੇ। ਦੇਖੋ ਇਥੋਂ ਕਿਸੇ ਕਿਸਮ ਦਾ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕਿਸੇ ਕਿਸਮ ਦੀ ਕੋਈ ਗੱਲ ਨਹੀਂ। ਫਿਰ ਬਾਬਾ ਬਕਾਲਾ ਤੋਂ ਚੱਲਦੇ ਨੇ, ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ। ਹੁਣ ਉੱਥੇ ਦਰਬਾਰ ਸਾਹਿਬ ਦੀ ਰਖਵਾਲੀ, ਦਰਬਾਰ ਸਾਹਿਬ ਦੀ ਜ਼ਿੰਮੇਵਾਰੀ ਭਾਈ ਮਿਹਰਬਾਨ ਜੀ ਦਾ ਪੁੱਤਰ ਹਰਜੀ, ਭਾਵ ਪ੍ਰਿਥੀ ਚੰਦ ਜੀ ਦਾ ਪੋਤਰਾ, ਉਹ ਸੰਭਾਲ ਰਿਹਾ। ਹੁਣ ਉਹਨੂੰ ਆਪਣਾ ਡਰ ਪੈ ਗਿਆ ਕਿ ਗੁਰੂ ਸਾਹਿਬ ਆ ਗਏ ਨੇ ਤੇ ਇਹ ਤਾਂ ਸਾਰਾ ਕੁਝ ਮੇਰੇ ਕੋਲੋਂ ਵਾਪਸ ਲੈ ਲੈਣਗੇ। ਦਰਵਾਜ਼ਾ ਬੰਦ ਕਰ ਦਿੰਦੇ ਨੇ ਤੇ ਗੁਰੂ ਸਾਹਿਬ ਨੂੰ ਦਿਖਾਉਣ ਵਾਸਤੇ ਫਿਰ ਬਾਹਰ ਚਾਬੀਆਂ ਵੀ ਲੈ ਕੇ ਆ ਜਾਂਦਾ। ਗੁਰੂ ਸਾਹਿਬ ਥੜੇ ਤੇ ਬੈਠਦੇ ਨੇ ਉੱਥੇ, ਜਿੱਥੇ ਅੱਜ ਅਕਾਲ ਤਖ਼ਤ ਸਾਹਿਬ ਦੇ ਨਾਲ ਗੁਰਦੁਆਰਾ ਥੜਾ ਸਾਹਿਬ ਮੌਜੂਦ ਹੈ। ਗੁਰੂ ਸਾਹਿਬ ਫਿਰ ਅੰਦਰ ਨਹੀਂ ਜਾਂਦੇ। ਉੱਥੋਂ ਵੱਲੇ ਪਿੰਡ ਚਲੇ ਜਾਂਦੇ ਨੇ। ਵੱਲਾ ਪਿੰਡ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਹੈ। ਉੱਥੇ ਜਾ ਕੇ ਰਹਿੰਦੇ ਨੇ, 3 ਦਿਨ ਵੱਲੇ ਪਿੰਡ ਵਿੱਚ ਰਹਿੰਦੇ ਨੇ। ਹੁਣ ਜਦੋਂ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਪਾਤਸ਼ਾਹ ਆਏ ਸਨ ਤੇ ਇਹਨਾਂ ਨੇ ਅੰਦਰ ਨਹੀਂ ਵੜਨ ਦਿੱਤਾ, ਸੰਗਤਾਂ ਪਿੱਛੇ ਪਹੁੰਚਦੀਆਂ ਨੇ ਵੱਲੇ। ਉਹਨਾਂ ਵਿੱਚ ਬੀਬੀਆਂ ਬੜੀ ਵੱਡੀ ਗਿਣਤੀ ਵਿੱਚ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਇਹ ਬਚਨ ਕਰਦੇ ਨੇ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਉੱਥੇ ਉਹ ਮਸੰਦ ਵੀ ਪਹੁੰਚ ਜਾਂਦੇ ਨੇ ਫਿਰ, ਜਿਹੜੇ ਇੱਥੇ ਕਾਬਜ ਨੇ ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਤੇ, ਮਾਫੀ ਮੰਗਣ ਦੇ ਲਈ। ਤੇ ਪਾਤਸ਼ਾਹ ਕਹਿੰਦੇ ਨੇ, ਨਹੀਂ, ਤੁਹਾਡੇ ਵਿੱਚ ਉਹ ਉੱਚਤਾ ਨਹੀਂ ਹੈ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਕਰਤੇ ਅੰਤਰ ਸੜੀਏ। ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ, ਪਰ ਤੁਹਾਡੇ ਅੰਦਰ ਤ੍ਰਿਸ਼ਨਾ ਭਰੀ ਪਈ ਹੈ। ਤੁਸੀਂ ਹਰਿਮੰਦਰ ਸਾਹਿਬ ਵਿੱਚ ਰਹਿ ਕੇ ਤ੍ਰਿਸ਼ਨਾ ਦੇ ਨਾਲ ਭਰੇ ਹੋ। ਤੁਹਾਡਾ ਅੰਦਰ ਤ੍ਰਿਸ਼ਨਾ ਨਾਲ ਸੜਦਾ ਪਿਆ, ਤ੍ਰਿਸ਼ਨਾ ਦੇ ਨਾਲ ਤੁਸੀਂ ਭਰੇ ਹੋਏ ਹੋ। ਉੱਥੋਂ ਗੁਰੂ ਸਾਹਿਬ ਨੂੰ ਸਾਰੇ ਬੇਨਤੀ ਕਰਦੇ ਨੇ ਕਿ ਤੁਸੀਂ ਵਾਪਸ ਚੱਲੋ, ਪਰ ਪਾਤਸ਼ਾਹ ਨਹੀਂ ਪਹੁੰਚਦੇ ਵਾਪਸ। ਪਾਤਸ਼ਾਹ ਉੱਥੋਂ ਨਿਕਲਦੇ ਨੇ ਅੱਗੇ ਖਡੂਰ ਸਾਹਿਬ, ਗੋਇੰਦਵਾਲ, ਤਰਨਤਾਰਨ ਸਾਹਿਬ ਹੁੰਦੇ, ਵੱਖ-ਵੱਖ ਇਲਾਕਿਆਂ 'ਚ ਹੁੰਦੇ, ਪ੍ਰਚਾਰ ਕਰਦੇ, ਮਾਲਵਾ ਪਹੁੰਚਦੇ ਨੇ। ਸਾਬੋ ਕੀ ਤਲਵੰਡੀ, ਜਿੱਥੇ ਇਸ ਵਕਤ ਤਖਤ ਦਮਦਮਾ ਸਾਹਿਬ ਮੌਜੂਦ ਆ, ਉੱਥੇ ਜਾਂਦੇ ਨੇ, ਪ੍ਰਚਾਰ ਕਰਦੇ ਨੇ ਗੁਰਸਿੱਖੀ ਦਾ। ਤੇ ਫਿਰ ਉੱਥੋਂ ਕੀਰਤਪੁਰ ਸਾਹਿਬ ਨੂੰ ਜਾਂਦੇ ਨੇ। ਥੋੜਾ ਸਮਾਂ ਕੀਰਤਪੁਰ ਸਾਹਿਬ ਰਹਿ ਕੇ, ਕਿਉਂਕਿ ਕੀਰਤਪੁਰ ਸਾਹਿਬ ਪਾਤਸ਼ਾਹ ਪਹਿਲੇ ਵੀ ਰਹੇ ਨੇ। ਕੀਰਤਪੁਰ ਸਾਹਿਬ ਪਹਾੜਾਂ ਦੇ ਨੇੜੇ ਪੈਂਦਾ। ਪਹਾੜੀ ਰਾਜੇ, ਉਹਨਾਂ ਵਿੱਚ ਉਹ ਰਾਜੇ ਬਹੁਤ ਨੇ ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਨੇ ਗਵਾਲੀਅਰ ਤੋਂ ਰਿਹਾ ਕਰਵਾਇਆ ਸੀ। ਹੁਣ ਉਹਨਾਂ ਦੇ ਬੱਚੇ ਹੁਣ ਰਾਜ ਕਰ ਰਹੇ ਨੇ, ਕੁਝ ਆਪ ਨੇ, ਕੁਝ ਬੱਚੇ ਕਰ ਰਹੇ ਨੇ। ਕਹਿਲੂਰ ਦਾ ਰਾਜਾ ਅਜਮੇਰ ਚੰਦ, ਉਸ ਦੀ ਮੌਤ ਹੁੰਦੀ ਹੈ। ਤੇ ਜਦੋਂ ਉਹਨਾਂ ਦੀ ਰਾਣੀ ਨੂੰ ਪਤਾ ਲੱਗਦਾ, ਕਿਉਂਕਿ ਗੁਰੂ ਘਰ ਦੇ ਸ਼ਰਧਾਲੂ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸੰਦੇਸ਼ਾ ਭੇਜਦੀ ਹੈ। ਪਾਤਸ਼ਾਹ ਉੱਥੇ ਪਹੁੰਚਦੇ ਨੇ ਤੇ ਉੱਥੇ ਪਾਤਸ਼ਾਹ ਇਹ ਇੱਛਾ ਜ਼ਾਹਰ ਕਰਦੇ ਨੇ ਕਿ ਅਸੀਂ ਇੱਥੇ ਕੁਝ ਜ਼ਮੀਨ ਖਰੀਦਣੀ ਹੈ। ਉਹ ਆਪਣੇ ਇਲਾਕੇ ਵਿੱਚੋਂ ਕੁਝ ਜ਼ਮੀਨ ਭੇਟਾ ਕਰਨਾ ਚਾਹੁੰਦੀ ਹੈ, ਪਰ ਪਾਤਸ਼ਾਹ ਭੇਟਾ ਨਹੀਂ ਪ੍ਰਵਾਨ ਕਰਦੇ। ਉਹ ਕਹਿੰਦੇ ਨਹੀਂ, ਜ਼ਮੀਨ ਨੂੰ ਖਰੀਦਣਾ ਹੈ। ਤੇ ਉਹਨਾਂ ਕੋਲੋਂ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਉੱਥੇ ਇੱਕ ਸ਼ਹਿਰ ਵਸਾਉਂਦੇ ਨੇ। ਉਸ ਸ਼ਹਿਰ ਦਾ ਨਾਮ ਚੱਕ ਨਾਨਕੀ ਰੱਖਿਆ ਜਾਂਦਾ ਹੈ, ਜਿਸ ਨੂੰ ਬਾਅਦ ਵਿੱਚ ਆਪਾਂ ਅਨੰਦਪੁਰ ਸਾਹਿਬ ਕਹਿ ਕੇ ਜਾਣਦੇ ਹਾਂ। ਅਨੰਦਪੁਰ ਸਾਹਿਬ ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵਸਾਇਆ ਸ਼ਹਿਰ ਹੈ। ਆਪਾਂ ਅੱਜ ਦੀ ਵੀਡੀਓ ਵਿੱਚ ਇੱਥੇ ਤੱਕ ਵਿਚਾਰ ਕਰਕੇ ਅਗਲੀ ਵੀਡੀਓ ਵਿੱਚ ਪਾਤਸ਼ਾਹ ਦੇ ਜੀਵਨ ਬਾਰੇ ਅਗਲੀਆਂ ਵਿਚਾਰਾਂ ਦੀ ਸਾਂਝ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।